हाँ जी 12th क्लास इकोनॉमिक्स की इस वीडियो ਦੇ ਵਿੱਚ ਆਪਾਂ ਚੈਪਟਰ ਨੰਬਰ 13 ਡਿਵੈਲਪਮੈਂਟ ਐਕਸਪੀਰੀਅੰਸ ਆਫ ਇੰਡੀਆ ਪਾਕਿਸਤਾਨ ਐਂਡ ਚਾਈਨਾ ਅ ਕੰਪੈਰੇਟਿਵ ਸਟੱਡੀ ਦੇ ਵਿੱਚ ਤਿੰਨ ਚੀਜ਼ਾਂ ਨੇ ਜਿਹੜੀਆਂ ਠੀਕ ਹੈ ਜੀ ਤਿੰਨ ਕਨਸੈਪਟਸ ਨੇ ਜਿਹੜੇ ਉਹ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਠੀਕ ਹੈ ਕਿਹੜੇ ਕਿਹੜੇ ਤਿੰਨ ਕਨਸੈਪਟਸ ਜਿਵੇਂ ਪ੍ਰੀਵੀਅਸਲੀ ਆਪਾਂ ਨੇ ਸਟ੍ਰੈਟਜੀਜ਼ ਕੀਤੀਆਂ ਸੀਗੀਆਂ ਜਾਂ ਇੰਡੀਆ ਐਂਡ ਪਾਕਿਸਤਾਨ ਦੇ ਕਾਮਨ ਫੇਲੀਅਰਸ ਤੇ ਕਾਮਨ ਜੋ ਉਹਨਾਂ ਦੀਆਂ ਅਚੀਵਮੈਂਟਸ ਸੀ ਉਹ ਪੜ੍ਹਨੀਆਂ ਸੀ ਇਸ ਦੇ ਵਿੱਚ ਕੀ ਨੇ ਇੱਕ ਏਰੀਆਜ਼ ਵੇਅਰ ਇੰਡੀਆ ਹੈਜ਼ ਐਨ ਐਜ ਓਵਰ ਪਾਕਿਸਤਾਨ ਯਾਨੀ ਕਿ ਪਾਕਿਸਤਾਨ ਦੇ ਨਾਲੋਂ ਇੰਡੀਆ ਕਿਹੜੀਆਂ ਚੀਜ਼ਾਂ ਦੇ ਵਿੱਚ ਅੱਗੇ ਰਿਹਾ ਠੀਕ ਹੈ ਜੀ ਕਿਹੜੇ ਕਿਹੜੇ ਫੀਲਡ ਦੇ ਵਿੱਚ ਇੰਡੀਆ ਨੇ ਐਜ ਕੀਤਾ ਠੀਕ ਹੈ ਜੀ ਪਾਕਿਸਤਾਨ ਤੋਂ ਕੰਪੈਰੀਟਿਵ ਕਰਕੇ ਆਪਾਂ ਜੇ ਚੱਲੀਏ ਠੀਕ ਹੈ ਜੀ ਉਹ ਏਰੀਆ ਹੋ ਜਾਏਗਾ ਸੈਕੰਡ ਆਪਾਂ ਗੱਲ ਕਰਾਂਗੇ ਏਰੀਆ ਵੇਅਰ ਪਾਕਿਸਤਾਨ ਹੈਜ਼ ਐਨ ਐਜ ਓਵਰ ਇੰਡੀਆ ਜਦੋਂ ਪਾਕਿਸਤਾਨ ਜਿਹੜੀ ਹੈ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਠੀਕ ਹੈ ਜੀ ਵੱਧ ਰਿਹਾ ਇੰਡੀਆ ਦੇ ਨਾਲੋਂ ਜਾਂ ਬੈਸਟ ਰਿਹਾ ਇੰਡੀਆ ਦੇ ਨਾਲੋਂ ਉਸ ਤੋਂ ਬਾਅਦ ਥਰਡ ਗੱਲ ਕਰਾਂਗੇ ਆਪਾਂ ਚਾਈਨਾਜ਼ ਐਜ ਓਵਰ ਇੰਡੀਆ ਕਿ ਜੋ ਚਾਈਨਾ ਹੈ ਠੀਕ ਹੈ ਉਹ ਇੰਡੀਆ ਤੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਬੈਸਟ ਹੈ ਉਹ ਚੀਜ਼ ਦੇ ਬਾਰੇ ਪੜਾਂਗੇ ਠੀਕ ਹੈ ਜੀ ਸੋ ਸਟਾਰਟ ਕਰਦੇ ਹਾਂ ਫਸਟਲੀ ਆਪਾਂ ਦੇਖਦੇ ਹਾਂ ਏਰੀਆਜ਼ ਵੇਅਰ ਇੰਡੀਆ ਹੈਜ਼ ਐਨ ਐਜ ਓਵਰ ਪਾਕਿਸਤਾਨ ਕਿ ਇੰਡੀਆ ਪਾਕਿਸਤਾਨ ਤੋਂ ਵਧੀਆ ਜਾਂ ਬੈਸਟ ਕਿਹੜੀਆਂ ਚੀਜ਼ਾਂ 'ਚ ਰਿਹਾ ਕਿਹੜੀਆਂ 'ਚ ਜ਼ਿਆਦਾ ਇੰਡੀਆ ਨੇ ਅਚੀਵ ਕੀਤਾ ਐਜ਼ ਕੰਪੇਅਰ ਟੂ ਦਾ ਪਾਕਿਸਤਾਨ ਸੋ ਫੋਲੋਇੰਗ ਪੁਆਇੰਟਸ ਮੇ ਬੀ ਨੋਟਡ ਇਨ ਦਿਸ ਰਿਗਾਰਡ ਫਸਟ ਕੀ ਹੈ ਕਿ ਇਨ ਦਾ ਏਰੀਆ ਆਫ ਸਕਿਲਡ ਮੈਨ ਪਾਵਰ ਐਂਡ ਰਿਸਰਚ ਐਂਡ ਡਿਵੈਲਪਮੈਂਟ ਇੰਸਟੀਟਿਊਸ਼ਨਸ ਇੰਡੀਆ ਇਜ਼ ਬੈਟਰ ਪਲੇਸਡ ਦੈਨ ਪਾਕਿਸਤਾਨ ਸਕਿਲਡ ਮੈਨ ਪਾਵਰ ਦਾ ਕੀ ਮਤਲਬ ਆ ਯਾਨੀ ਕਿ ਇੱਕ ਵਧੀਆ ਕਾਰਜ ਕੁਸ਼ਲਤਾ ਹੋਣੀ ਠੀਕ ਹੈ ਜੀ ਜਿਵੇਂ ਆਪਾਂ ਸਕਿੱਲ ਦੀ ਗੱਲ ਕਰ ਸਕਦੇ ਹਾਂ ਕੋਈ ਹੱਥ ਦੇ ਨਾਲ ਠੀਕ ਹੈ ਜੀ ਕੀਤਾ ਜਾਣ ਵਾਲਾ ਕੰਮ ਉਹਦੇ ਵਿੱਚ ਬੈਸਟ ਹੋਣਾ ਜਾਂ ਠੀਕ ਹੈ ਜੀ ਗੱਲਬਾਤ ਕਰਨ ਦੀ ਜੋ ਸਕਿੱਲ ਹੈ ਇਹ ਵੀ ਇੱਕ ਤਰੀਕੇ ਦੀ ਸਕਿੱਲ ਹੀ ਹੁੰਦੀ ਹੈ ਗੱਲਬਾਤ ਕਰਨ ਦਾ ਢੰਗ ਹੈ ਮਾਰਕੀਟਿੰਗ ਦੀ ਗੱਲ ਕੀਤੀ ਜਾ ਸਕਦੀ ਹੈ ਜਾਂ ਸਾਰੀ ਚੀਜ਼ਾਂ ਠੀਕ ਹੈ ਜੀ ਸੋ ਸਕਿਲਡ ਮੈਨ ਪਾਵਰ ਯਾਨੀ ਕਿ ਹੁਨਰ ਵਾਲੇ ਜਿਹੜੇ ਬੰਦੇ ਨੇ ਇੰਡੀਆ ਦੇ ਕੋਲ ਜਿਹੜੇ ਹੈਗੇ ਨੇ ਉਹ ਇੰਡੀਆ ਜ਼ਿਆਦਾ ਬੈਸਟ ਹੈ ਇਸ ਦੇ ਵਿੱਚ ਐਜ਼ ਕੰਪੇਅਰ ਟੂ ਪਾਕਿਸਤਾਨ ਠੀਕ ਹੈ ਜੀ ਇਸ ਤੋਂ ਬਾਅਦ ਸੈਕੰਡਲੀ ਇੰਡੀਆ ਹੈਜ਼ ਸ਼ੋਨ ਆ ਰਿਮਾਰਕੇਬਲ ਬ੍ਰੇਕ ਥਰੂ ਇਨ ਦਾ ਐਕਸਪੋਰਟ ਆਫ ਸੌਫਟਵੇਅਰ ਆਫਟਰ ਇਕਨੋਮਿਕ ਰਿਫਾਰਮ ਆਫ 1991 ਪਾਕਿਸਤਾਨ ਇਜ਼ ਫਾਰ ਬਿਹਾਈਂਡ ਸੋ ਪਾਕਿਸਤਾਨ ਕਾਫੀ ਪਿੱਛੇ ਆ ਕਿਹੜੀ ਚੀਜ਼ ਦੇ ਵਿੱਚ ਬ੍ਰੇਕ ਥਰੂ ਇਨ ਦਾ ਐਕਸਪੋਰਟ ਆਫ ਸੌਫਟਵੇਅਰ ਠੀਕ ਹੈ ਜੀ ਸੌਫਟਵੇਅਰ ਦੇ ਐਕਸਪੋਰਟ ਦੇ ਵਿੱਚ ਠੀਕ ਹੈ ਜੀ ਯਾਨੀ ਸੌਫਟਵੇਅਰ ਜੋ ਚੀਜ਼ਾਂ ਸੌਫਟਵੇਅਰ ਆਪਣੇ ਕੋਲ ਡਿਵੈਲਪਮੈਂਟ ਆ ਇੰਡੀਆ ਦੇ ਵਿੱਚ ਹੋਈ ਅਤੇ ਉਹੀ ਸਮਾਨ ਹੈ ਜਿਹੜਾ ਉਹ ਬਾਹਰ ਭੇਜਣਾ ਉਹ ਐਕਸਪੋਰਟ ਹੋ ਗਿਆ ਠੀਕ ਹੈ ਨਾ ਸੋ ਉਹ ਚੀਜ਼ ਕੀਤੀ ਇੰਡੀਆ ਨੇ ਆਫਟਰ ਇਕਨੋਮਿਕ ਰਿਫਾਰਮ 1991 ਠੀਕ ਹੈ ਜੀ 1991 ਦੀ ਜੋ ਇਕਨੋਮਿਕ ਰਿਫਾਰਮ ਹੋਇਆ ਯਾਨੀ ਨਵੀਂ ਇਕਨੋਮਿਕ ਨੀਤੀ ਕਹਿ ਸਕਦੇ ਹਾਂ ਆਪਾਂ ਇਸ ਨੂੰ ਠੀਕ ਹੈ ਜੀ ਆਪਾਂ ਚੈਪਟਰ ਵੀ ਪੜ੍ਹਿਆ ਹੋਇਆ ਇਹ ਸੋ ਇਹ ਚੀਜ਼ ਹੈ ਜਿਹੜੀ ਇਹਨੇ ਆਪਾਂ ਨੂੰ ਕੀ ਕੀਤਾ ਸੌਫਟਵੇਅਰ ਡਿਵੈਲਪਮੈਂਟ ਦੇ ਵਿੱਚ ਠੀਕ ਹੈ ਜੀ ਕਾਫੀ ਸਹਾਰਾ ਦਿੱਤਾ ਜਾਂ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਆਪਾਂ ਨੂੰ ਅਗਰਨੀ ਵਧਾਤਾ ਜਿਹਦੇ ਨਾਲ ਆਪਾਂ ਐਕਸਪੋਰਟ ਕਰਨ ਦੇ ਕਾਬਲ ਹੋ ਗਏ ਠੀਕ ਹੈ ਜੀ ਸੋ ਇੰਡੀਆ ਦਾ ਇਹਦੇ ਵਿੱਚ ਵੀ ਬਹੁਤ ਇੱਕ ਵਧੀਆ ਪਲੇਸ ਆ ਸੌਫਟਵੇਅਰ ਐਕਸਪੋਰਟ ਦੇ ਵਿੱਚ ਠੀਕ ਹੈ ਜੀ ਸੋ ਕੀ ਪੁਆਇੰਟਸ ਨੂੰ ਯਾਦ ਰੱਖਣਾ ਹੁੰਦਾ ਤੁਸੀਂ ਮੇਨਲੀ ਠੀਕ ਹੈ ਜਿਵੇਂ ਪਹਿਲੇ ਦੇ ਵਿੱਚ ਸਕਿਲਡ ਮੈਨ ਪਾਵਰ ਹੋ ਗਿਆ ਸੈਕੰਡ 'ਚ ਕੀ ਪੁਆਇੰਟ ਯਾਦ ਰੱਖਣਾ ਹੈ ਕਿ ਸੌਫਟਵੇਅਰ ਐਕਸਪੋਰਟ ਦੇ ਵਿੱਚ ਇੰਡੀਆ ਬੈਸਟ ਆ ਪਾਕਿਸਤਾਨ ਤੋਂ ਠੀਕ ਹੈ ਨਾ ਥਰਡ ਵਨ ਹਿਊਮਨ ਕੈਪੀਟਲ ਫੋਰਮੇਸ਼ਨ ਠੀਕ ਹੈ ਜੀ accompanied by market friendly economic policies in India has emerged as a much more significant determinant of growth than in Pakistan so human capital formation बहुत ज़्यादा इंडिया ਦੀ ਬੈਸਟ ਹੈ as compared to the Pakistan ਇਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਇੰਡੀਅਨ ਸਾਇੰਟਿਸਟਸ ਐਕਸਲ ਇਨ ਦਾ ਏਰੀਆਜ਼ ਐਕਸਲ ਹੁੰਦਾ ਠੀਕ ਹੈ ਜੀ ਐਨ ਵਧੀਆ ਤਰੀਕੇ ਨਾਲ ਅੱਗੇ ਵਧਣਾ ਤੇਜ਼ੀ ਦੇ ਨਾਲ ਇੰਡੀਅਨ ਜਿਹੜੇ ਸਾਇੰਟਿਸਟ ਨੇ ਉਹ ਐਕਸਲ ਹੋਏ ਇਨ ਦਾ ਏਰੀਆਜ਼ ਆਫ ਡਿਫੈਂਸ ਟੈਕਨੋਲੋਜੀ ਯਾਨੀ ਕਿ ਡਿਫੈਂਸ ਟੈਕਨੋਲੋਜੀ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਸਪੇਸ ਰਿਸਰਚ ਯਾਨੀ ਕਿ ਆਪਾਂ ਸਪੇਸ ਦੀ ਗੱਲ ਕੀਤੀ ਜਾ ਸਕਦੀ ਹੈ ਜੋ ਬ੍ਰਹਿਮੰਡ ਦੇ ਠੀਕ ਹੈ ਜੀ ਕਾਰਜ ਨੇ ਉਹਨਾਂ ਦੇ ਸੰਬੰਧਿਤ ਕੋਈ ਵੀ ਆਪਾਂ ਠੀਕ ਹੈ ਜੀ ਜਿਵੇਂ ਕੋਈ ਕਰਾਫਟਸ ਵਗੈਰਾ ਬਣਾਉਂਦੇ ਨੇ ਇਹ ਜਿਹੀਆਂ ਚੀਜ਼ਾਂ ਇਸ ਤੋਂ ਬਾਅਦ ਇਲੈਕਟ੍ਰੋਨਿਕਸ ਐਂਡ ਐਵੀਓਨਿਕਸ ਇਲੈਕਟ੍ਰੋਨਿਕਸ ਦੀਆਂ ਚੀਜ਼ਾਂ ਹੋ ਗਈਆਂ ਐਵੀਓਨਿਕਸ ਕੀ ਹੈ ਐਵੀਓਨਿਕਸ ਦਾ ਮਤਲਬ ਹੈ ਏਅਰਕ੍ਰਾਫਟ ਦੇ ਵਿੱਚ ਯੂਜ਼ ਹੋਣ ਵਾਲਾ ਇਲੈਕਟ੍ਰੋਨ ਠੀਕ ਹੈ ਜੀ ਜਿਹੜਾ ਆਪਣੇ ਕੋਲ ਏਅਰਕ੍ਰਾਫਟ ਦੇ ਵਿੱਚ ਇਲੈਕਟ੍ਰੋਨਿਕ ਇਕਵਿਪਮੈਂਟਸ ਯੂਜ਼ ਹੁੰਦੇ ਨੇ ਉਹਨਾਂ ਨੂੰ ਐਵੀਓਨਿਕਸ ਬੋਲ ਦਿੰਦੇ ਆਪਾਂ ਠੀਕ ਹੈ ਜੀ ਇਹ ਗੱਲ ਨੂੰ ਨੋਟ ਕਰ ਲਿਓ ਇਸ ਤੋਂ ਬਾਅਦ ਜੈਨੇਟਿਕਸ ਪਤਾ ਆਪਾਂ ਨੂੰ ਠੀਕ ਹੈ ਇਹਦੇ ਵਿੱਚ ਵੀ ਕਾਫੀ ਅਗਰਨੀ ਰਿਹਾ ਇੰਡੀਆ ਸੋ ਟੈਲੀਕਮਿਊਨੀਕੇਸ਼ਨ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹਦੇ ਵਿੱਚ ਪਾਕਿਸਤਾਨ ਹੈ ਜਿਹੜਾ ਉਹ ਕਾਫੀ ਪਿੱਛੇ ਰਿਹਾ
ਉਸ ਤੋਂ ਬਾਅਦ ਨੰਬਰ 5 ਪੁਆਇੰਟ ਦ ਨੰਬਰ ਆਫ PhDs ਪ੍ਰੋਡਿਊਸਡ ਬਾਈ ਇੰਡੀਆ ਇਨ ਸਾਇੰਸ ਐਂਡ ਇੰਜੀਨੀਅਰਿੰਗ। ਦੇਖੋ ਜੇ ਸਾਇੰਸ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕ ਨੇ ਜਿਹੜੇ ਉਹ ਬੈਸਟ ਹੋਣਗੇ ਤਾਂ ਹੀ ਦੇਸ਼ ਦੀ ਤਰੱਕੀ ਹੈ ਜਿਹੜੀ ਬੈਸਟ ਵਧੀਆ ਢੰਗ ਦੇ ਨਾਲ ਹੋ ਸਕਦੀ ਹੈ, ਠੀਕ ਹੈ। ਸੋ ਇੰਡੀਆ ਦੇ ਜਿਹੜੇ PhDs ਪ੍ਰੋਡਿਊਸਡ ਬਾਈ ਇੰਡੀਆ, ਕਾਫੀ PhDs ਨੇ ਜਿਹੜੇ, ਠੀਕ ਹੈ ਜੀ, ਆਪਾਂ ਕਹਿ ਸਕਦੇ ਹਾਂ ਕਿ ਠੀਕ ਹੈ ਜੀ ਡਾਕਟਰਾਈਨ ਡਿਗਰੀ ਵਾਲੇ ਬੰਦੇ, ਠੀਕ ਹੈ ਜੀ, ਬਹੁਤ ਪੜ੍ਹੇ ਲਿਖੇ, ਠੀਕ ਹੈ ਜੀ, ਬਹੁਤ ਰਿਸਰਚਰਸ ਕਹਿ ਸਕਦੇ ਹਾਂ ਆਪਾਂ, ਉਹ ਬੈਸਟ ਇੰਡੀਆ ਦੇ ਵਿੱਚ ਜ਼ਿਆਦਾ ਨੇ। ਐਵਰੀ ਈਅਰ ਇਨ ਇਜ਼ ਹਾਇਰ ਦੈਨ ਦਾ ਇੰਟਾਇਰ ਸਟਾਕ ਆਫ PhDs ਇਨ ਪਾਕਿਸਤਾਨ, ਠੀਕ ਹੈ ਜੀ। ਪਾਕਿਸਤਾਨ ਦੀ ਸਟਾਕ ਦੇ ਨਾਲੋਂ ਇੰਡੀਆ 'ਚ 5000 PhD ਹੈ ਲਗਭਗ ਜਿਹੜਾ ਪਰਸਨ ਸਾਇੰਸ ਐਂਡ ਇੰਜੀਨੀਅਰਿੰਗ ਦੇ ਵਿੱਚ ਨਿਕਲਦਾ। ਇਸ ਤੋਂ ਬਾਅਦ ਨੰਬਰ 6 ਦੇ ਵਿੱਚ ਕੀ ਕਿਹਾ ਜਾ ਰਿਹਾ ਤੁਹਾਨੂੰ ਕਿ ਇੰਡੀਆ also has a better record of investment in education। ਸੋ ਇੰਡੀਆ ਐਜੂਕੇਸ਼ਨ ਦੇ ਉੱਤੇ ਕਾਫੀ ਇਨਵੈਸਟਮੈਂਟ ਕਰ ਰਿਹਾ, ਠੀਕ ਹੈ ਜੀ। ਇਹ ਵੀ ਬੈਸਟ ਚੀਜ਼ ਹੈ ਕਿਉਂਕਿ ਜਿੰਨਾ ਆਪਾਂ ਇਨਵੈਸਟਮੈਂਟ ਐਜੂਕੇਸ਼ਨ 'ਤੇ ਕਰਾਂਗੇ ਉਨਾ ਹੀ ਦੇਸ਼ ਦੀ ਤਰੱਕੀ ਹੈ ਜਿਹੜੀ ਉਹ ਪੋਸੀਬਲ ਹੈ, ਕਿਉਂਕਿ ਜੇ ਐਜੂਕੇਸ਼ਨ ਦੇ ਉੱਤੇ ਜ਼ਿਆਦਾ ਪੈਸਾ ਲੱਗੂਗਾ, ਐਜੂਕੇਸ਼ਨ ਦੇ ਵਿੱਚ ਜ਼ਿਆਦਾ ਸੁਧਾਰ ਆਊਗਾ, ਐਜੂਕੇਸ਼ਨ ਜੇ ਜ਼ਿਆਦਾ ਤੋਂ ਜ਼ਿਆਦਾ ਬੰਦਿਆਂ ਤੱਕ ਪਹੁੰਚੂਗੀ, ਠੀਕ ਹੈ ਜੀ, ਤਾਂ ਆਪਣੇ ਦੇਸ਼ ਦੀ ਤਰੱਕੀ ਹੀ ਹੋਏਗੀ। ਦ ਅਡਲਟ ਲਿਟਰੇਸੀ ਰੇਟ, ਠੀਕ ਹੈ ਜੀ, ਲਿਟਰੇਸੀ ਰੇਟ ਆ ਜਿਹੜੇ ਯੰਗ ਪਰਸਨਸ ਨੇ, ਠੀਕ ਹੈ ਜੀ। ਫੀਮੇਲ ਲਿਟਰੇਸੀ ਰੇਟ, ਫੀਮੇਲ ਦੀ ਲਿਟਰੇਸੀ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਂਦਾ, ਠੀਕ ਹੈ ਜੀ, ਇੰਡੀਆ ਵੱਲੋਂ ਦਿੱਤਾ ਗਿਆ। ਗਰੋਸ ਐਨਰੋਲਮੈਂਟ ਰੇਸ਼ੋ ਐਟ all levels and education index have trended up। ਐਜੂਕੇਸ਼ਨ ਇੰਡੈਕਸ ਯਾਨੀ ਕਿ ਕਿੰਨੇ ਲੋਕ ਪੜ੍ਹੇ ਲਿਖੇ ਨੇ ਇਹਦੇ ਬਾਰੇ ਚਰਚਾ, ਕਿ ਕੋਈ ਦੇਸ਼ ਹੈ ਜਿਹੜਾ, ਮੰਨ ਲਓ ਕੋਈ ਦੇਸ਼ ਹੈ ਜਿਹੜਾ ਉਹ, ਠੀਕ ਹੈ ਜੀ, ਇੰਡੈਕਸ ਦੇ ਵਿੱਚ, ਐਜੂਕੇਸ਼ਨ ਇੰਡੈਕਸ ਦੇ ਵਿੱਚ 3 ਨੰਬਰ 'ਤੇ, ਇਸ ਦਾ ਮਤਲਬ ਉਹ ਬੈਸਟ ਆ। ਐਜੂਕੇਸ਼ਨ ਇੰਡੈਕਸ ਦੇ ਵਿੱਚ ਮੰਨ ਲਓ 112 'ਤੇ ਆ, ਉਹ ਨਹੀਂ ਬੈਸਟ ਹੈਗਾ, ਠੀਕ ਹੈ। ਇਹ ਚੀਜ਼ਾਂ ਐਜੂਕੇਸ਼ਨ ਇੰਡੈਕਸ ਹੈਵ ਟ੍ਰੈਂਡਡ ਅਪ ਮਚ ਫਾਸਟਰ ਇਨ ਇੰਡੀਆ ਦੈਨ ਪਾਕਿਸਤਾਨ। ਸੋ ਐਜੂਕੇਸ਼ਨ ਇੰਡੈਕਸ ਹੈ ਨਾ ਜਿਹੜਾ ਇੰਡੀਆ 'ਚ ਕਹਿੰਦਾ ਟ੍ਰੈਂਡਿੰਗ ਅਪ, ਯਾਨੀ ਕਿ ਬੈਸਟ ਰਿਹਾ, ਅਪ ਰਿਹਾ ਐਜ਼ ਕੰਪੇਅਰ ਟੂ ਪਾਕਿਸਤਾਨ, ਠੀਕ ਹੈ ਜੀ। ਯਾਨੀ ਕਿ ਐਜੂਕੇਸ਼ਨ ਇੰਡੈਕਸ ਦੀ ਗੱਲ ਕਰੀਏ ਤਾਂ ਬੈਟਰ ਹੈ। ਜੇ ਐਜੂਕੇਸ਼ਨ ਇੰਡੈਕਸ ਬੈਟਰ ਹੈ ਇਹਦਾ ਮਤਲਬ ਐਜੂਕੇਸ਼ਨ ਫੈਸਿਲਿਟੀਜ਼ ਜਾਂ ਐਜੂਕੇਸ਼ਨ ਇਨਵੈਸਟਮੈਂਟ ਜ਼ਿਆਦਾ ਹੋ ਰਹੀ ਹੈ। ਸੋ ਇੱਥੇ ਕੀ ਪੁਆਇੰਟ ਕੀ ਬਣ ਗਿਆ ਤੁਹਾਡੇ ਕੋਲ, ਐਜੂਕੇਸ਼ਨ ਇੰਡੈਕਸ, ਠੀਕ ਹੈ। ਇਸ ਤੋਂ ਬਾਅਦ ਪੁਆਇੰਟ ਨੰਬਰ 7 ਓਇੰਗ ਟੂ ਰੈਪਿਡ ਡਿਕਲਾਈਨ ਇਨ ਫਰਟੀਲਿਟੀ ਰੇਟ। ਜੇ ਹੁਣ ਆਪਾਂ ਗੱਲ ਕਰੀਏ ਜਨਮ ਦਰ ਹੈ ਜਿਹੜੀ ਬਰਥ ਰੇਟ ਦੇ ਵਿੱਚ ਆਉਣ ਵਾਲਾ ਬਹੁਤ ਜ਼ਿਆਦਾ ਜੋ ਗਿਰਾਵਟ ਹੈ, ਪੋਪੂਲੇਸ਼ਨ ਗਰੋਥ ਇਨ ਇੰਡੀਆ ਹੈਜ਼ ਬੀਨ ਸਲੈਸ਼ਡ ਟੂ 1.76%। ਸੋ ਪੋਪੂਲੇਸ਼ਨ ਦੀ ਗਰੋਥ ਹੈ ਜਿਹੜੀ ਇੰਡੀਆ ਦੇ ਵਿੱਚ ਉਹ ਕਿੰਨੇ ਪਰਸੈਂਟ ਚੱਲ ਰਹੀ ਹੈ, 1.76%। ਵਾਈਲ ਇਨ ਪਾਕਿਸਤਾਨ ਇਟ ਕੰਟੀਨਿਊਜ਼ ਬੀ ਐਜ਼ ਹਾਈ ਐਜ਼ 2.5% ਪਰ ਐਨੂਅਮ। ਜੇ ਆਪਾਂ ਪਾਕਿਸਤਾਨ ਦੀ ਗੱਲ ਕਰੀਏ ਤਾਂ 2.5 ਚੱਲ ਰਹੀ ਹੈ, ਯਾਨੀ ਕਿ ਕਾਫੀ ਜ਼ਿਆਦਾ, ਠੀਕ ਹੈ ਜੀ, ਪੋਪੂਲੇਸ਼ਨ ਦੀ ਗਰੋਥ ਰੇਟ ਆ ਐਜ਼ ਕੰਪੇਅਰ ਟੂ ਇੰਡੀਆ। ਇਸ ਤੋਂ ਬਾਅਦ 8th ਪੁਆਇੰਟ ਇਸ਼ੂ ਆਫ ਹੈਲਥ ਫੈਸਿਲਿਟੀਜ਼ ਇਨ ਜਨਰਲ ਐਂਡ ਇਨਫੈਂਟ ਮਰਟੈਲਿਟੀ ਇਨ ਪਰਟੀਕੂਲਰ ਆਰ ਬੈਟਰ ਅਡਰੈਸਡ ਇਨ ਇੰਡੀਆ। ਦੇਖੋ ਇਸ਼ੂ ਆਫ ਹੈਲਥ ਫੈਸਿਲਿਟੀਜ਼ ਜੇ ਜਨਰਲੀ ਆਪਾਂ ਗੱਲ ਕਰੀਏ, ਕਹਿੰਦਾ ਕਿ ਜਿਹੜਾ ਆਪਣੇ ਕੋਲ ਹੈਲਥ ਫੈਸਿਲਿਟੀਜ਼ ਨੇ ਇੰਡੀਆ ਦੇ ਵਿੱਚ ਬੈਟਰ ਨੇ ਐਜ਼ ਕੰਪੇਅਰ ਟੂ ਪਾਕਿਸਤਾਨ। ਅਤੇ ਸੈਕਿੰਡ ਗੱਲ ਕੀਤੀ ਗਈ ਇਨਫੈਂਟ ਮਰਟੀਲਿਟੀ। ਹੁਣ ਦੇਖੋ ਹੈਲਥ ਫੈਸਿਲਿਟੀ ਜੇ ਅੱਛੀ ਹੋਏਗੀ ਕਿਸੇ ਦੇਸ਼ ਦੀ ਤਾਂ ਹੀ ਆਪਣੇ ਕੋਲ ਜ਼ਿਆਦਾ ਤੋਂ ਜ਼ਿਆਦਾ ਲੋਕ ਅੱਛੇ ਕੰਮ ਕਰਨਗੇ, ਕਿਉਂਕਿ ਜੇ ਹੈਲਥ ਹੀ ਨਹੀਂ ਸਹੀ ਹੈਗੀ ਤਾਂ ਕੰਮ ਦੇ ਵਿੱਚ ਪਾਰਟੀਸਪੇਟ ਨਹੀਂ ਕੀਤਾ ਜਾਊਗਾ। ਜੇ ਪਾਰਟੀਸਪੇਟ ਨਹੀਂ ਕੀਤਾ ਜਾਊਗਾ ਇਨਕਮ ਨਹੀਂ ਜਨਰੇਟ ਹੋਊਗੀ, GDP ਦੇ ਵਿੱਚ ਕੋਈ ਵੀ ਉਹਦਾ ਰੋਲ ਨਹੀਂ ਹੋਊਗਾ। ਜੇ GDP ਦੇ ਵਿੱਚ ਕੋਈ ਰੋਲ ਨਹੀਂ ਹੈਗਾ, ਠੀਕ ਹੈ, ਤਾਂ ਕੋਈ ਬੈਨੀਫਿਟ ਨਹੀਂ ਹੈ ਉਸ ਪੋਪੂਲੇਸ਼ਨ ਦਾ। ਸੋ ਹੁਣ ਪੋਪੂਲੇਸ਼ਨ ਹੈਲਦੀ ਹੋਣੀ ਜ਼ਰੂਰੀ ਹੈ ਤਾਂ ਹੀ ਆਪਣੇ GDP ਦੇ ਵਿੱਚ ਯੋਗਦਾਨ ਪਾਊਗੀ, ਠੀਕ ਹੈ। ਐਂਡ ਇਨਫੈਂਟ ਮਰਟੀਲਿਟੀ ਯਾਨੀ ਕਿ ਜਿਹੜੇ ਬੱਚਿਆਂ ਦੇ ਮੌਤ ਦੀ ਦਰ ਹੈ ਨਾ ਉਹ ਵੀ ਬਹੁਤ ਜ਼ਿਆਦਾ ਬੈਸਟ ਹੋ ਚੁੱਕੀ ਹੈ ਇੰਡੀਆ ਦੇ ਵਿੱਚ। ਕਹਿਣ ਦਾ ਮਤਲਬ ਆ ਕਿ ਜੋ ਇਨਫੈਂਟ ਮਰਟੀਲਿਟੀ ਹੁੰਦੀ ਸੀਗੀ ਪਹਿਲਾਂ, ਠੀਕ ਹੈ ਜੀ, ਬੱਚੇ ਕਾਫੀ, ਠੀਕ ਹੈ ਜੀ, ਮਰਦੇ ਸੀਗੇ, ਆਪਾਂ ਕਹਿ ਸਕਦੇ ਹਾਂ ਕਿ ਮੌਤ ਹੁੰਦੀ ਸੀ ਉਹਨਾਂ ਦੀ, ਉਹ ਚੀਜ਼ਾਂ ਵੀ ਘਟ ਗਈਆਂ ਇੰਡੀਆ ਦੇ ਵਿੱਚ, ਠੀਕ ਹੈ। ਇਹ ਬੈਸਟ ਸੋ ਫੈਸਿਲਿਟੀਜ਼ ਕਹਿ ਸਕਦੇ ਹਾਂ ਇੰਡੀਆ ਦੇ ਬੈਸਟ ਇਹ ਆਪਣੇ ਕੋਲ ਪਾਰਟਸ ਨੇ ਐਜ਼ ਕੰਪੇਅਰ ਟੂ ਦਾ ਪਾਕਿਸਤਾਨ, ਕਿ ਇੰਡੀਆ ਨੇ ਬੈਸਟ ਕੀਤਾ ਇਹ ਚੀਜ਼ਾਂ ਦੇ ਵਿੱਚ, ਠੀਕ ਹੈ। ਇਸ ਸੈਕਿੰਡ ਪੁਆਇੰਟ ਏਰੀਆਜ਼ ਵੇਅਰ ਪਾਕਿਸਤਾਨ ਹੈਜ਼ ਐਨ ਐਜ ਓਵਰ ਇੰਡੀਆ। ਹੁਣ ਆਪਾਂ ਸੈਕਿੰਡ 'ਚ ਕੀ ਗੱਲ ਕਰਾਂਗੇ, ਏਰੀਆਜ਼ ਵੇਅਰ ਪਾਕਿਸਤਾਨ ਹੈਜ਼ ਐਜ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਪਾਕਿਸਤਾਨ ਕਿਹੜੇ ਸੈਕਟਰਸ ਦੇ ਵਿੱਚ ਜਾਂ ਕਿਹੜੇ ਏਰੀਆਜ਼ ਦੇ ਵਿੱਚ ਬੈਟਰ ਹੈ ਇੰਡੀਆ ਤੋਂ, ਜਾਂ ਇੰਡੀਆ ਤੋਂ ਜ਼ਿਆਦਾ ਡਿਵੈਲਪਮੈਂਟ ਕੀਤੀ ਉਹਨਾਂ ਨੇ, ਜ਼ਿਆਦਾ ਬੈਸਟ ਕੀਤਾ। ਸੋ ਇਹਨਾਂ ਨੂੰ ਆਪਾਂ ਆਬਜ਼ਰਵੇਸ਼ਨਸ 'ਚ ਦੇਖ ਲੈਂਦੇ ਹਾਂ। ਨੰਬਰ 1 ਸਟਾਰਟਿੰਗ ਫਰੋਮ ਆਲਮੋਸਟ ਦਾ ਸੇਮ ਲੈਵਲ। ਦੇਖੋ ਸੇਮ ਲੈਵਲ ਦੀ ਗੱਲ ਕਿਉਂ ਕਹਿ ਰਹੇ ਨੇ, ਕਿਉਂਕਿ ਇੰਡੀਪੈਂਡੈਂਸ ਹੈ ਜਿਹੜੀ ਉਹ, ਠੀਕ ਹੈ ਜੀ, ਸੇਮ ਟਾਈਮ 'ਤੇ ਹੀ ਮਿਲੀ ਹੈ ਦੋਨਾਂ ਕੰਟਰੀਜ਼ ਨੂੰ। ਸੋ ਆਪਾਂ ਕਹਿੰਦੇ ਹਾਂ ਕਿ ਸੇਮ ਲੈਵਲ ਤੋਂ ਇਹ ਦੋਨੋਂ ਕੰਟਰੀਜ਼ ਚੱਲੀਆਂ। ਤਾਂ ਪਾਕਿਸਤਾਨ ਐਜ਼ ਇੰਡੀਆ, ਪਾਕਿਸਤਾਨ ਹੈਜ਼ ਅਚੀਵਡ ਬੈਟਰ ਰਿਜ਼ਲਟਸ। ਕਹਿੰਦਾ ਇੰਡੀਆ ਤੋਂ ਬੈਟਰ ਰਿਜ਼ਲਟ ਪਾਕਿਸਤਾਨ ਨੇ ਅਚੀਵ ਕੀਤਾ, ਪਰ ਕਾਹਦੇ ਵਿੱਚ, ਵਿਦ ਰਿਗਾਰਡਸ ਟੂ ਮਾਈਗ੍ਰੇਸ਼ਨ ਆਫ ਵਰਕ ਫੋਰਸ। ਮਾਈਗ੍ਰੇਸ਼ਨ ਵਰਕ ਫੋਰਸ ਦੀ
ਮਾਈਗ੍ਰੇਸ਼ਨ ਹੁੰਦਾ, ਠੀਕ ਹੈ, ਇੱਕ ਤੋਂ ਦੂਜੇ ਥਾਂ ਤੱਕ ਜਾਣਾ। ਮਾਈਗ੍ਰੇਸ਼ਨ ਦੇ ਵਿੱਚ ਬੈਸਟ ਕੀਤਾ ਪਾਕਿਸਤਾਨ ਨੇ, ਪਰ ਕਿਹੜੀ ਮਾਈਗ੍ਰੇਸ਼ਨ? ਫਰੋਮ ਐਗਰੀਕਲਚਰ ਟੂ ਇੰਡਸਟਰੀ, ਯਾਨੀ ਐਗਰੀਕਲਚਰ ਸੈਕਟਰ ਤੋਂ ਚੱਕ ਕੇ ਇੰਡਸਟਰੀਅਲ ਸੈਕਟਰ ਦੇ ਵਿੱਚ ਲੈ ਕੇ ਆਏ, ਯਾਨੀ ਵੱਧ ਤੋਂ ਵੱਧ ਐਗਰੀਕਲਚਰ ਤੋਂ ਇੰਡਸਟਰੀ ਸੈਕਟਰ ਵੱਲ ਨੂੰ ਆਪਣੀ ਪੋਪੂਲੇਸ਼ਨ ਨੂੰ, ਜਾਂ ਆਪਾਂ ਕਹਿ ਸਕਦੇ ਕਿ ਲੇਬਰ ਨੂੰ ਲੈ ਕੇ ਆਏ, ਠੀਕ ਹੈ ਜੀ ਇਹ। ਔਰ ਮਾਈਗ੍ਰੇਸ਼ਨ ਆਫ ਪੀਪਲ ਫਰੋਮ ਰੂਰਲ ਟੂ ਅਰਬਨ ਏਰੀਆਜ਼, ਰੂਰਲ ਤੋਂ ਅਰਬਨ ਏਰੀਆ ਦੇ ਵਿੱਚ, ਠੀਕ ਹੈ ਜੀ, ਮਾਈਗ੍ਰੇਸ਼ਨ ਕੀਤੀ, ਯਾਨੀ ਕਹਿ ਸਕਦੇ ਹਾਂ ਕਿ ਜੋ ਪਿੰਡਾਂ ਦੀ ਪੋਪੂਲੇਸ਼ਨ ਸੀ ਉਸ ਨੂੰ ਸ਼ਹਿਰਾਂ ਦੇ ਵਿੱਚ ਜ਼ਿਆਦਾ ਉਹਨਾਂ ਨੇ, ਠੀਕ ਹੈ ਜੀ, ਲੈ ਕੇ ਆਂਦਾ। ਸੋ ਇਹ ਵੀ ਇੱਕ ਬੈਸਟ ਆਪਾਂ ਕਹਿ ਸਕਦੇ ਹਾਂ ਪੁਆਇੰਟ ਆ, ਠੀਕ ਹੈ, ਕਿਉਂਕਿ ਜੇਕਰ ਸ਼ਹਿਰਾਂ ਦੇ ਵਿੱਚ ਜ਼ਿਆਦਾ ਪੋਪੂਲੇਸ਼ਨ ਆਊਗੀ ਪਿੰਡਾਂ 'ਚੋਂ ਨਿਕਲ ਕੇ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਐਗਰੀਕਲਚਰ ਤੋਂ ਇੰਡਸਟਰੀ ਵੱਲ ਨੂੰ ਜਾਊਗੀ, ਤਾਂ ਉਹਨਾਂ ਦਾ ਜ਼ਿਆਦਾ ਡਿਵੈਲਪਮੈਂਟ ਹੁੰਦੀ ਹੈ ਐਜ਼ ਕੰਪੇਅਰ ਟੂ ਦਾ ਅਦਰਸ। ਓਕੇ, ਬਾਏ ਰਿਡਿਊਸਿੰਗ BPL ਪੋਪੂਲੇਸ਼ਨ। ਹਾਂ, ਸੈਕਿੰਡ ਗੱਲ, ਪੁਆਇੰਟ ਪੜ੍ਹਨ ਤੋਂ ਪਹਿਲਾਂ ਸੈਕਿੰਡ ਗੱਲ ਦੱਸ ਰਿਹਾ ਕਿ BPL ਫੈਮਲੀਜ਼ ਨੇ ਜਿਹੜੀਆਂ, ਯਾਨੀ ਬਿਲੋ ਪੋਵਰਟੀ ਲਾਈਨ, ਠੀਕ ਹੈ ਜੀ, ਬਿਲੋ ਪੋਵਰਟੀ ਲਾਈਨ, ਬਿਲੋ ਪੋਵਰਟੀ ਲਾਈਨ ਪੋਪੂਲੇਸ਼ਨ ਹੈ ਜਿਹੜੀ ਇੰਡੀਆ 'ਚ ਹਾਲੇ ਵੀ ਵੱਧਦਾ, ਪਾਕਿਸਤਾਨ 'ਚ ਉਹ ਵੀ ਰਿਡਿਊਸ ਕੀਤੀ ਗਈ ਕਹਿੰਦਾ। ਬਾਏ ਰਿਡਿਊਸਿੰਗ BPL ਪੋਪੂਲੇਸ਼ਨ ਟੂ 29.5% in 2013 of the total, ठीक है जी। पाकिस्तान ग्रोथ स्ट्रैटजी हैज़ अ बैटर ह्यूमन फेस दैन दैट ऑफ इंडिया। कहना पाकिस्तान की जी ग्रोथ स्ट्रैटजी है बैटर रही, क्यों? क्योंकि BPL फैमिलीज़ ने जड़ियाँ वो 29.5% ऑफ द टोटल रिड्यूस किया इन्होंने, यानी कि 29.5% घटाया, तो 21.9% जबकि इंडिया ने घटाइया, ठीक है जी, इंडिया ने घटाइया। इंडिया ने रिड्यूस कितना किया? 21.9 पॉपूलेशन नूं ते 29.5 नूं पाकिस्तान ने। उस बाद थर्ड वन, एक्सटर्नल ट्रेड हैज़ एक्सपेंडेड मच फास्टर इन पाकिस्तान दैन इंडिया। सो एक्सटर्नल ट्रेड यानी कि बाहर व्यापार जिहड़े बाहरले लोकां दे नाल जां बाहरली कंट्रीज़ दे नाल व्यापार ने जिहड़े ओह पाकिस्तान ने ज़्यादा तेज़ी दे नाल, ठीक है जी, फास्टर कीते एज़ कंपेयर टू इंडिया। ਹੁਣ ਅੱਗੇ ਕੀ ਗੱਲ ਕੀਤੀ ਜਾ ਸਕਦੀ ਆ? ਦ ਟ੍ਰੇਡ GDP ਰੇਸ਼ੋ ਇਨ ਪਾਕਿਸਤਾਨ ਇਜ਼ ਟਵਾਈਸ ਦੈਟ ਆਫ ਇੰਡੀਆ। ਸੋ ਓਬਵੀਅਸ ਆ, ਜੇਕਰ ਜ਼ਿਆਦਾ ਤੇਜ਼ੀ ਦੇ ਨਾਲ, ਰਫਤਾਰ ਦੇ ਨਾਲ ਬਾਹਰ, ਠੀਕ ਹੈ ਜੀ, ਜਾਂ ਫਿਰ ਆਪਾਂ ਫੋਰਨ ਕੰਟਰੀਜ਼ ਦੇ ਨਾਲ ਵਪਾਰ ਕੀਤਾ, ਟ੍ਰੇਡ ਕੀਤਾ ਪਾਕਿਸਤਾਨ ਨੇ, ਤਾਂ ਓਬਵੀਅਸ ਆ GDP ਦੇ ਵਿੱਚ ਜਿਹੜਾ ਟ੍ਰੇਡ ਦਾ ਰੇਟ ਆ ਉਹ ਕਹਿੰਦਾ ਕੀ ਆ? ਟਵਾਈਸ ਆ ਇੰਡੀਆ ਤੋਂ, ਠੀਕ ਹੈ ਜੀ। ਇੰਡੀਆ ਦੇ ਜੇ 10% ਆ ਤਾਂ ਉਹਨਾਂ ਦਾ 20%। ਇਨ ਫੈਕਟ ਇਨ ਦ ਏਰੀਆ ਆਫ ਐਕਸਟਰਨਲ ਟ੍ਰੇਡ ਪਾਕਿਸਤਾਨ ਹੈਜ਼ ਪਰਫੋਰਮਡ ਬੈਟਰ ਦੈਨ ਆਲ ਸਾਊਥ ਏਸ਼ੀਅਨ ਕੰਟਰੀਜ਼। ਸੋ ਏਸ਼ੀਆ ਦੇ ਵਿੱਚ ਆਉਂਦਾ ਇੰਡੀਆ ਵੀ, ਪਾਕਿਸਤਾਨ ਵੀ, ਠੀਕ ਹੈ ਜੀ। ਸੋ ਇਹ ਏਸ਼ੀਅਨ ਜਿਹੜੀਆਂ ਕੰਟਰੀਜ਼ ਨੇ ਉਹਨਾਂ 'ਚੋਂ ਕਹਿੰਦਾ ਕਾਫੀ ਬੈਸਟ ਪਰਫੋਰਮ ਕੀਤਾ ਇਹਨੇ, ਠੀਕ ਹੈ ਜੀ। ਉਸ ਤੋਂ ਬਾਅਦ ਨੰਬਰ 4, even when the rate of investment in Pakistan has been lower than in India। ਹੁਣ rate of investment ਹੈ ਜਿਹੜਾ ਨਾ, ਯਾਨੀ ਕਿ ਲੋਕ ਪੈਸਾ ਕਿੰਨਾ ਲਗਾਉਂਦੇ ਨੇ, ਠੀਕ ਹੈ ਜੀ। ਰੇਟ ਆਫ ਇਨਵੈਸਟਮੈਂਟ ਯਾਨੀ ਇਨਵੈਸਟਮੈਂਟ ਕਿੰਨੀ ਹੁੰਦੀ ਆ, ਉਹ ਇਨਵੈਸਟਮੈਂਟ ਚਾਹੇ ਕਹਿੰਦਾ ਘੱਟ ਆ, ਹੈਜ਼ ਬੀਨ ਲੋਅਰ ਦੈਨ ਇੰਡੀਆ, ਇੰਡੀਆ ਤੋਂ ਲੋਅਰ ਹੈ ਇਨਵੈਸਟਮੈਂਟ ਪਾਕਿਸਤਾਨ 'ਚ ਚਾਹੇ, ਬਟ एफिशिएंसी ऑफ इन्वेस्टमेंट हैज़ बीन हायर, ठीक है जी। आप लाइन बाद चो पढ़ांगे ब्रैकेट तो पहला ये चीज़ में देखो, एफिशिएंसी ऑफ इन्वेस्टमेंट हैज़ बीन हायर। हुण इन्वेस्टमेंट चाहे घट है बट एफिशिएंसी है जी इन्वेस्टमेंट। एफिशिएंसी की होंदा है? एफिशिएंसी है, मान लो आपां कोई काम कर रहे हैं, एक परसन है जिहड़ा 2 घंटे काम करता है तो वह 10 चीज़ों को प्रोड्यूस कर दिंदा, एक परसन अद्धा घंटा काम करके 10 चीज़ों को प्रोड्यूस कर दिंदा, ठीक है जी, हाफ आवर काम करके। तो एफिशिएंसी किहदी वध हुई? 2 घंटे लगा के 100 चीज़ों, ठीक है जी, प्रोड्यूस कर रहा, मान लो एक अद्धे घंटे 100 चीज़ों को प्रोड्यूस कर रहा। सो एफिशिएंसी किहदी बेस्ट है? जिहड़ा घट टाइम दे विच कर रहा, जिहड़ा घट टाइम च कर रहा। सो यही गल ये आ जाती है, ठीक है, कि रेट ऑफ इन्वेस्टमेंट यानी कि चाहे रेट ऑफ इन्वेस्टमेंट यानी इन्वेस्टमेंट घट होंदी है पर एफिशिएंसी वधिया, यानी कि की है कि आउटपुट वधिया लैंदे ने ये, ठीक है जी, इन्वेस्टमेंट की। मान लो आपां ने 100 रुपया, ठीक है जी, इन्वेस्ट किया तो 100 रुपये चो सिर्फ 10 रुपये कमाए। जे इन्हों ने एफिशिएंसी कहता वधिया इन्हों की, यानी कि जेकर 100 रुपये इन्वेस्ट करते हैं तो 20 या 25 रुपीज़ बनाते हैं। सो इन टर्म ऑफ आउटपुट पर यूनिट ऑफ कैपिटल, ठीक है जी। ਆਪਾਂ ਦੇਖੀਏ ਵੀ ਇੱਕ ਯੂਨਿਟ ਜੇ ਆਪਾਂ ਕੈਪੀਟਲ ਦੀ ਲਗਾਈਏ ਤਾਂ ਉਹ ਤੋਂ ਕਿੰਨੀ ਆਊਟਪੁੱਟ ਹੁੰਦੀ ਆ। ਸੋ ਇਹਨੂੰ ਆਪਾਂ ਵੇਰੀਅਸ ਫੈਕਟਰ ਦੇ ਨਾਲ ਜੋੜ ਸਕਦੇ ਹਾਂ। ਐ ਨਹੀਂ ਕਹਿ ਸਕਦੇ ਇਸ ਦੇ ਨਾਲ ਕਿ ਕੰਟਰੀ ਰਿਚ ਹੋ ਗਈ ਆ, ਠੀਕ ਹੈ, ਕਿਉਂਕਿ ਵੇਰੀਅਸ ਫੈਕਟਰਸ ਨੇ ਜਿਹੜੇ ਇਫੈਕਟ ਕਰਦੇ ਨੇ। ਇਹ ਤੋਂ ਪਾਕਿਸਤਾਨ ਹੈਜ਼ ਅਚੀਵਡ ਬੈਟਰ ਰਿਜ਼ਲਟ ਐਜ਼ ਰਿਗਾਰਡਸ ਅਸੈਸ ਟੂ ਇੰਪਰੂਵਡ ਵਾਟਰ ਰਿਸੋਰਸਿਸ। ਸੋ ਪਾਕਿਸਤਾਨ ਦਾ ਕਹਿੰਦਾ ਵਾਟਰ ਰਿਸੋਰਸਿਸ ਦੇ ਵਿੱਚ ਵੀ ਜਿਹੜਾ ਰਿਜ਼ਲਟ ਆ ਉਹ ਵਧੀਆ ਐਜ਼ ਕੰਪੇਅਰ ਟੂ ਦਾ ਇੰਡੀਆ। ਓਕੇ, ਇਹ ਚੀਜ਼ ਆਪਾਂ ਕਹਿ ਸਕਦੇ ਹਾਂ। ਸੋ ਇਹ ਸੀ ਕੁਝ ਕਿ ਇਹਨਾਂ ਦੀਆਂ ਚੀਜ਼ਾਂ, ਠੀਕ ਹੈ ਜੀ, ਯਾਨੀ ਕਿ पाकिस्तान ने की वधिया किया, इंडिया ने जो वधिया किया वो आपने पहला पढ़ लिया। हुण इस तो बाद आपां अपना अज दा इहदा वीडियो का लास्ट जिहड़ा पॉइंट आ उहनूं देखते हैं, यानी कि चाइनाज़ एज ओवर इंडिया। कि चाइना का
ਐਜ ਹੈ ਜਿਹੜਾ ਓਵਰ ਇੰਡੀਆ, ਯਾਨੀ ਕਹਿ ਸਕਦੇ ਹਾਂ ਕਿ ਚਾਈਨਾ ਦਾ ਕੀ ਬੈਸਟ ਹੈ ਇੰਡੀਆ ਦੇ ਕੰਪੈਰੀਜ਼ਨ, ਠੀਕ ਹੈ। ਸੋ ਦੀ ਚਾਈਨੀਜ਼ ਰਿਫੋਰਮ ਪ੍ਰੋਸੈਸ ਬਿਗੇਨ ਮੋਰ ਕੰਪਰੈਂਸਿਵਲੀ ਡਿਊਰਿੰਗ ਦ 80s। ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਚਾਈਨਾ ਹੈ ਨਾ, ਚਾਈਨੀਜ਼ ਰਿਫੋਰਮ ਜਿਹੜੀ ਚਾਈਨਾ ਦੀਆਂ ਨੀਤੀਆਂ ਸੀਗੀਆਂ, ਪ੍ਰੋਸੈਸ ਬਿਗੇਨ ਮੋਰ ਕੰਪਰੈਂਸਿਵਲੀ ਡਿਊਰਿੰਗ ਦ 80s। ਉਹ 1980 ਦੇ ਦੌਰ ਦੇ ਵਿੱਚ ਬਹੁਤ ਜ਼ਿਆਦਾ ਚੱਲੀਆਂ, ਬਹੁਤ ਅੱਛੀਆਂ ਰਹੀਆਂ, ਠੀਕ ਹੈ। ਵੈਨ ਇੰਡੀਆ ਵਾਜ਼ ਇਨ ਦ ਮਿਡ ਸਟਰੀਮ ਆਫ ਸਲੋ ਗਰੋਥ ਪ੍ਰੋਸੈਸ, ਇੰਡੀਆ ਕਹਿੰਦਾ ਹਾਲੇ ਸਲੋ ਗਰੋਥ ਦੇ ਵਿੱਚ ਸੀਗਾ, ਅਤੇ ਉਸ ਟਾਈਮ ਚਾਈਨਾ ਦੀਆਂ ਜਿਹੜੀਆਂ ਪੋਲਿਸੀਜ਼ ਜਾਂ ਚਾਈਨਾ ਦੇ ਸੁਧਾਰ ਰਿਫੋਰਮ ਹੁੰਦੇ ਨੇ, ਸੁਧਾਰ, ਠੀਕ ਹੈ ਜੀ, ਜੋ ਪੋਲਿਸੀਜ਼ ਬਣਾਈਆਂ ਉਹਨਾਂ ਦੇ ਨਾਲ ਜੋ ਸੁਧਾਰ ਆਏ ਉਹ ਬੈਸਟ ਸੀਗੇ। ਉਸ ਵਾਰ ਸੈਕਿੰਡ, ਈਵਨ ਵੈਨ ਦ ਰਿਫੋਰਮ process was actively pursued in the 19th, India focused more on GDP growth। ਕਹਿੰਦੇ ਜਦੋਂ ਇੰਡੀਆ ਦੇ ਜੋ ਰਿਫੋਰਮ ਸੀ, ਸੁਧਾਰ ਸੀਗੇ, ਉਹ ਵਧੀਆ ਚੱਲ ਰਹੇ ਸੀ 90s ਦੇ ਵਿੱਚ, ਦੈਨ ਇੰਡੀਆ ਨੇ ਫੋਕਸ ਕਿਹਦੇ ਉੱਤੇ ਕੀਤਾ? GDP ਗਰੋਥ ਦੇ ਉੱਤੇ, ਕਿ ਇਹਨੂੰ ਵਧਾਇਆ ਜਾਵੇ। ਕੰਟਰਾਸਟਿੰਗ ਵਿਦ ਚਾਈਨਾਜ਼ ਇਨੀਸ਼ੀਏਟਿਵ ਆਫ ਫੋਕਸਿੰਗ ਔਨ ਪੋਵਰਟੀ ਐਲੀਵੇਸ਼ਨ, ਠੀਕ ਹੈ ਜੀ। ਸੋ ਉਹਨਾਂ ਨੇ ਕੀ ਕੀਤਾ ਸੀਗਾ? ਪੋਵਰਟੀ ਹੈ ਜਿਹੜੀ ਉਹਨੂੰ ਘਟਾਉਣ ਦੇ, ਠੀਕ ਹੈ ਜੀ, ਐਲੀਵੇਸ਼ਨ ਪ੍ਰੋਗਰਾਮਸ, ਆਪਣੇ ਪੋਵਰਟੀ ਘਟਾਉਣ ਦੇ ਪ੍ਰੋਗਰਾਮਸ, ਠੀਕ ਹੈ ਜੀ, ਪੋਵਰਟੀ ਘਟਾਉਣ ਜੋ ਹੈ ਸੀ ਉਹਦੇ ਸੰਬੰਧੀ ਨੀਤੀਆਂ ਬਣਾਈਆਂ। ਵਾਈਲ ਰੂਰਲ ਪੋਵਰਟੀ ਇਨ ਚਾਈਨਾ ਡਿਕਲਾਈਨਡ ਬਾਈ 85%, ਠੀਕ ਹੈ ਜੀ। ਹੁਣ ਚਾਈਨਾ ਨੇ ਕਿਹਦੇ ਉੱਤੇ ਕੰਮ ਕੀਤਾ? ਪੋਵਰਟੀ ਘਟਾਉਣ ਦੇ ਉੱਤੇ ਉਸ ਟਾਈਮ 'ਚ। ਸੋ ਰੂਰਲ ਪੋਵਰਟੀ ਯਾਨੀ ਜਿਹੜੇ ਪੇਂਡੂ ਖੇਤਰ ਦੀ ਪਾਵਰਟੀ ਸੀਗੀ, ਗਰੀਬੀ ਸੀਗੀ, ਉਹ ਕਿੰਨੀ ਘਟਾਈ ਵਿੱਚ? 85%, 85% ਘਟੀ ਡਿਊਰਿੰਗ ਦਾ ਪੀਰੀਅਡ 1978 ਟੂ 1989, ਯਾਨੀ ਕਿ 1978 ਟੂ 1989 ਦੇ ਪੀਰੀਅਡ ਦੇ ਵਿੱਚ ਜੋ ਰੂਰਲ ਪੋਵਰਟੀ ਸੀ ਉਹ 85% ਤੱਕ ਖਤਮ ਹੋ ਚੁੱਕੀ ਸੀਗੀ ਚਾਈਨਾ ਦੇ ਵਿੱਚੋਂ। ਇਨ ਇੰਡੀਆ ਐਟ ਡਿਕਲਾਈਨਡ ਓਨਲੀ ਬਾਈ 50% ਡਿਊਰਿੰਗ ਦਿਸ ਪੀਰੀਅਡ, ਇੰਡੀਆ ਦੇ ਵਿੱਚ ਇਹ 50% ਦੇ ਤੌਰ 'ਤੇ ਆਪਾਂ ਕਹਿ ਸਕਦੇ ਹਾਂ ਕਿ ਘਟੀ। ਥਰਡ ਵਨ, ਰਿਸਟਰਕਚਰਿੰਗ। ਦੇਖੋ ਹੁਣ ਬੱਚੇ ਅੱਗੇ ਆਪਣੀ ਗੱਲ ਕੀ ਕਰਨੀ ਆ, ਰਿਸਟਰਕਚਰਿੰਗ ਦਾ ਮਤਲਬ ਹੁੰਦਾ ਕਿ ਰੀਸਟਰਕਚਰ, ਠੀਕ ਹੈ। ਇਹ ਵਰਡ ਆ ਜਿਹੜਾ ਰਿਸਟਰਕਚਰਿੰਗ, ਇਹ ਬਣਿਆ ਰੀਸਟਰਕਚਰ, ਯਾਨੀ ਕਿ ਰੀਸਟਰਕਚਰ ਕਰਨਾ ਹੁੰਦਾ ਕਿਸੇ ਚੀਜ਼ ਦਾ ਜੋ ਢਾਂਚਾ ਹੈ ਉਹਨੂੰ ਚੇਂਜ ਕਰਨਾ, ਬਦਲਣਾ। ਆਫ ਚਾਈਨੀਜ਼ ਐਗਰੀਕਲਚਰ, ਹੁਣ ਜਿਹੜੀ ਸਟਰਕਸ਼ਨ, ਯਾਨੀ ਆਪਾਂ ਕਹਿ ਸਕਦੇ ਹਾਂ ਰੀਸਟਰਕਚਰ, ਠੀਕ ਹੈ ਜੀ, ਹੋਇਆ ਰੀਸਟਰਕਚਰ ਹੋਇਆ ਕਿਹਦਾ? ਚਾਈਨੀਜ਼ ਐਗਰੀਕਲਚਰ ਦਾ, ਠੀਕ ਹੈ ਜੀ। ਯਾਨੀ ਆਪਾਂ ਕਹਿ ਸਕਦੇ ਕਿ ਐਗਰੀਕਲਚਰ ਸੀ ਨਾ ਜਿਹੜੀ ਚਾਈਨਾ 'ਚ, ਉਹਨੂੰ ਉਹਨਾਂ ਨੇ ਮੋਡੀਫਾਈ ਕੀਤਾ ਥੋੜ੍ਹਾ। ਵੈਂਟ ਅ ਲੌਂਗ ਵੇ, ਇਟ ਐਬੋਲਿਸ਼ਡ ਕਮਿਊਨ ਸਿਸਟਮ ਆਫ ਫਾਰਮਿੰਗ, ਠੀਕ ਹੈ ਜੀ, ਆ ਸਿਸਟਮ ਆਫ ਕਲੈਕਟਿਵ ਕਲਟੀਵੇਸ਼ਨ। Instead, households were allotted land for individual cultivation. Though ownership of land remained with the state, this brought about a radical transformation in agriculture। ਹੁਣ ਰੈਡੀਕਲ ਦਾ ਵਰਡ ਸਮਝੋ ਪਹਿਲਾਂ ਮਤਲਬ ਕੀ ਹੈ। ਰੈਡੀਕਲ ਦਾ ਮਤਲਬ ਹੈ, ਠੀਕ ਹੈ ਜੀ, ਪੂਰਾ ਜੜੋਂ ਹੀ ਟਰਾਂਸਫੋਰਮੇਸ਼ਨ ਕਰਤੀ ਇਹਨਾਂ ਨੇ, ਠੀਕ ਹੈ ਜੀ, ਜਾਨੀ ਬਦਲਾਵ ਹੁੰਦਾ ਹੈ, ਠੀਕ ਹੈ। ਜੜੋਂ ਹੀ ਟਰਾਂਸਫੋਰਮੇਸ਼ਨ ਹੋ ਗਈ ਇਹਦੇ ਨਾਲ। ਕਿਹਦੇ ਨਾਲ ਹੋਈ? ਇਹਨਾਂ ਨੇ ਐਗਰੀਕਲਚਰ 'ਚ ਐਵੇਂ ਦੇ ਸੁਧਾਰ ਕੀਤੇ, ਐਵੇਂ ਮੋਡੀਫਾਈ ਕੀਤਾ ਨਾ ਐਗਰੀਕਲਚਰ ਨੂੰ, ਕਿ ਜੋ ਕਲੈਕਟਿਵ ਕਲਟੀਵੇਸ਼ਨ ਹੁੰਦੀ ਸੀਗੀ, ਠੀਕ ਹੈ ਜੀ, ਉਹਨੂੰ ਖਤਮ ਕਰਤਾ ਇਹਨਾਂ ਨੇ। ਹਰ ਇੱਕ ਪਰਸਨ ਨੂੰ ਜੋ ਜ਼ਮੀਨ ਦਿੱਤੀ ਗਈ, ਪਰ ਇਸ ਦੇ ਨਾਲ ਕੀ ਹੋਇਆ? ਮੇਨ ਜਿਹੜਾ ਪਾਵਰ ਆ ਕਹਿ ਸਕਦੇ ਹਾਂ ਉਹ ਚੀਜ਼ ਦੀ, ਉਹ ਗੌਰਮੈਂਟ ਨੇ ਆਪਣੇ ਕੋਲ ਰੱਖੀ, ਠੀਕ ਹੈ ਨਾ। ਇਹਦੇ ਨਾਲ ਕੀ ਹੋਇਆ? ਇੱਕ ਪੂਰਾ ਹੀ ਜੜੋਂ ਹੀ ਉਹਨਾਂ ਨੇ ਸਟਰਕਚਰ ਚੇਂਜ ਕਰਤਾ, ਇਹਦੇ ਨਾਲ ਵੀ ਕਹਿੰਦਾ ਕਾਫੀ ਇਫੈਕਟ ਪਿਆ, ਠੀਕ ਹੈ ਜੀ। ਇਨ ਇੰਡੀਆ ਐਗਰੀਕਲਚਰ ਰਿਫੋਰਮ ਹੈਵ ਬੀਨ ਫਾਰ ਲੈਸ ਇਫੈਕਟਿਵ ਦੈਨ ਇਨ ਚਾਈਨਾ। ਸੋ ਇੰਡੀਆ ਦੇ ਵਿੱਚ ਜਿਹੜੇ ਸੁਧਾਰ ਕੀਤੇ ਗਏ ਸੀਗੇ ਐਗਰੀਕਲਚਰ ਦੇ ਨਾਲ ਸੰਬੰਧਿਤ, ਉਹ ਕਹਿੰਦਾ ਇੰਨੇ ਜ਼ਿਆਦਾ ਇਫੈਕਟਿਵ ਨਹੀਂ ਸੀਗੇ, ਲੈਸ ਇਫੈਕਟਿਵ ਸੀਗੇ ਚਾਈਨਾ ਤੋਂ, ਠੀਕ ਹੈ। ਇਸ ਤੋਂ ਬਾਅਦ ਫੋਰਥ ਦੇ ਵਿੱਚ ਕੀ ਕਹਿ ਰਿਹਾ? ਆਲਸੋ ਗਲੋਬਲ ਐਕਸਪੋਜਰ ਆਫ ਦਾ ਇਕੋਨਮੀ ਹੈਜ਼ ਬੀਨ ਫਾਰ ਮੋਰ ਵਾਈਡਰ ਇਨ ਚਾਈਨਾ ਦੈਨ ਇਨ ਇੰਡੀਆ। ਸੋ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਫੈਲੀ ਇਕੋਨਮੀ ਜਿਹੜੀ ਹੋਈ ਸੀ ਚਾਈਨਾ ਦੀ ਇੰਡੀਆ ਦੇ ਨਾਲੋਂ, ਠੀਕ ਹੈ। ਤਾਂ ਕੀ ਹੋਇਆ? ਚਾਈਨਾ ਅਲਾਉਡ ਫੋਰਨ ਇਨਵੈਸਟਰਸ 100% ਇਕੁਇਟੀ ਇਨਵੈਸਟਮੈਂਟ। ਸੋ ਹੁਣ ਚਾਈਨਾ ਨੇ, ਠੀਕ ਹੈ ਜੀ, ਅਲਾਉ ਕੀਤਾ ਫੋਰਨ ਇਨਵੈਸਟਰਸ ਨੂੰ 100% ਇਕੁਇਟੀ ਇਨਵੈਸਟਮੈਂਟ, ਯਾਨੀ ਕਿ ਪੂਰੀ ਤਰ੍ਹਾਂ ਇਨਵੈਸਟ ਕਰਨ ਦੇ ਲਈ। ਇਟ ਅਲਾਉਡ ਦਾ ਫੋਰਨ ਇਨਵੈਸਟਰਸ ਦਾ ਫਰੀਡਮ ਟੂ ਹਾਇਰ ਐਂਡ ਫਾਇਰ ਦਾ ਵਰਕਰਸ, ਠੀਕ ਹੈ ਜੀ, ਯਾਨੀ ਕਿ ਕਿਸੇ ਨੂੰ ਵੀ ਆਪਣੀ ਆਜ਼ਾਦੀ ਨਾਲ ਉਹ ਰੱਖ ਸਕਦੇ ਨੇ, ਕਿਸੇ ਨੂੰ ਵੀ ਹਟਾ ਸਕਦੇ ਨੇ, ਠੀਕ ਹੈ ਜੀ, ਹਾਇਰ ਕਰ ਸਕਦੇ ਨੇ ਜਾਂ ਫਾਇਰ ਕਰ ਸਕਦੇ ਨੇ। ਇਟ ਆਲਸੋ ਆਫਰਡ ਦੈਮ ਆ ਲੁਕਰੇਟਿਵ ਇਨਫਰਾਸਟਰਕਚਰ। ਹੁਣ ਦੇਖੋ ਲੁਕਰੇਟਿਵ ਵਰਡ ਕੀ ਆ, ਠੀਕ ਹੈ, ਇਨਫਰਾਸਟਰਕਚਰ ਤਾਂ ਆਪਾਂ ਨੂੰ ਪਤਾ ਹੈ। ਲੁਕਰੇਟਿਵ ਵਰਡ ਦਾ ਮਤਲਬ ਸਮਝੋ, ਲੁਕਰੇਟਿਵ ਦਾ ਮਤਲਬ ਹੁੰਦਾ, ਠੀਕ ਹੈ ਜੀ, ਲਾਭ ਯਾਨੀ ਪ੍ਰੋਫਿਟ ਹੋਣਾ, ਆਪਾਂ ਕਹਿ ਸਕਦੇ ਹਾਂ ਨਾ ਪ੍ਰੋਫਿਟ, ਠੀਕ ਹੈ ਜੀ। ਸੋ ਇਹਨਾਂ ਨੇ ਕੀ ਕੀਤਾ? ਚਾਈਨਾ ਨੇ ਇਹੋ ਜਿਹੇ ਇਨਫਰਾਸਟਰਕਚਰ ਨੂੰ, ਠੀਕ ਹੈ ਜੀ, ਪ੍ਰਮੋਟ ਕੀਤਾ ਜਿਹਦੇ ਨਾਲ ਉਹਨਾਂ ਨੂੰ ਬੈਨੀਫਿਟ ਹੋਇਆ। ਬਾਈ ਐਸਟੈਬਲਿਸ਼ਿੰਗ
SEZ ਇਹਦਾ ਕੀ ਮਤਲਬ ਆ? ਹੁਣ ਇਹਦਾ ਮਤਲਬ ਸਪੈਸ਼ਲ ਇਕਨੋਮਿਕ ਜ਼ੋਨ। ਸਪੈਸ਼ਲ ਇਕਨੋਮਿਕ ਜ਼ੋਨ ਉਹ ਇਹੋ ਜਿਹੇ ਜ਼ੋਨ ਹੁੰਦੇ ਨੇ, ਠੀਕ ਹੈ, ਜਿਹੜੇ ਆਪਾਂ ਨੂੰ ਕੀ ਕਰਦੇ ਨੇ, ਇਨਵੈਸਟਰ ਆ ਜਿਹੜਾ ਉਹਨੂੰ ਵੱਧ ਤੋਂ ਵੱਧ ਪ੍ਰੋਫਿਟ ਕਮਾਉਣ ਦਾ ਮੌਕਾ ਦੇ ਦਿੰਦੇ ਨੇ। ਇਟ ਆਫਰਡ ਲੂਕਰੇਟਿਵ ਇਨਫਰਾਸਟਰਕਚਰ ਫੈਸਿਲਿਟੀਜ਼ ਟੂ ਦਾ ਫੋਰਨ ਇਨਵੈਸਟਰ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਨਵੈਸਟ ਕਰ ਰਿਹਾ ਆਪਣੀ ਕੰਟਰੀ 'ਚ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਆਪਾਂ ਫੈਸਿਲਿਟੀਜ਼ ਦੇ ਦਿਓ ਤਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਦਾ, ਠੀਕ ਹੈ ਜੀ, ਉਹਨੂੰ ਸੋਰਸ ਮਿਲ ਜਾਵੇ, ਤਾਂ ਹੀ ਉਹ ਜ਼ਿਆਦਾ ਤੋਂ ਜ਼ਿਆਦਾ ਇਨਵੈਸਟ ਕਰੂਗਾ, ਕਿਉਂਕਿ ਆਪਾਂ ਨੂੰ ਪਤਾ ਹਰ ਇੱਕ ਪਰਸਨ ਹੈ ਜਿਹੜਾ ਜ਼ਿਆਦਾ ਪੈਸਾ ਕਮਾਉਣ ਦੇ ਲਈ ਹੀ ਪੈਸਾ ਲਗਾਊਗਾ, ਠੀਕ ਹੈ। ਉਸ ਤੋਂ ਬਾਅਦ ਚਾਈਨਾ ਵਾਜ਼ ਲਿਬਰਲ ਇਨ ਅਲਾਉਇੰਗ FDI ਇਨ ਰਿਟੇਲ। ਸੋ ਚਾਈਨਾ ਨੇ ਕੀ ਆਜ਼ਾਦੀ ਦਿੱਤੀ ਰਿਟੇਲ ਦੇ ਵਿੱਚ ਵੀ FDI ਵਾਲਿਆਂ ਨੂੰ, ਠੀਕ ਹੈ ਜੀ। FDI ਦਾ ਮਤਲਬ ਆ ਫੋਰਨ ਡਾਇਰੈਕਟ ਇਨਵੈਸਟਮੈਂਟ, ਯਾਨੀ ਕਿ ਰਿਟੇਲ ਦੇ ਵਿੱਚ ਇਸ ਨੂੰ ਆਜ਼ਾਦੀ ਦਿੱਤੀ। ਇਸ ਤੋਂ ਬਾਅਦ ਕੀ ਕਹਿ ਸਕਦੇ ਹਾਂ, ਠੀਕ ਹੈ ਜੀ, ਨੈਕਸਟ ਇਜ਼ ਆ ਕਿ ਇਹੀ ਚੀਜ਼ ਦੱਸੀ ਹੋਈ ਆ ਕਿ ਚਾਈਨਾ ਕਿਵੇਂ, ਠੀਕ ਹੈ ਜੀ, ਬੈਸਟ ਪੋਲਿਸੀਜ਼ ਦੇ ਨਾਲ, ਠੀਕ ਹੈ, ਇੰਡੀਆ ਤੋਂ ਵੱਧ ਕਈ ਸੈਕਟਰਸ ਦੇ ਵਿੱਚ ਹੈ ਜਿਹੜਾ ਵਰਕ ਕਰ ਗਿਆ, ਠੀਕ ਹੈ। ਸੋ ਅੱਗੇ ਦੇਖੋ ਪੈਸੇਜ ਪੜ੍ਹੋ, ਕਹਿ ਰਹੇ ਆ ਕਿ ਇਨ all these respects ਇਹਨਾਂ ਚੀਜ਼ਾਂ ਦੇ ਨਾਲ ਕੀ ਆਪਾਂ ਕਹਿ ਸਕਦੇ ਹਾਂ ਕਿ ਇੰਡੀਆ ਰਿਮੇਨਡ ਫਾਰ ਬਿਹਾਈਂਡ, ਕਿ ਇੰਡੀਆ ਕਾਫੀ ਪਿੱਛੇ ਆ। ਐਜ਼ ਅ ਮੈਟਰ ਆਫ ਫੈਕਟ ਇੰਡੀਆ ਹੈਜ਼ ਬੀਨ ਪ੍ਰੋਵਾਈਡਿੰਗ ਪ੍ਰੋਟੈਕਸ਼ਨ ਟੂ ਦਾ ਲੇਬਰ ਇੰਟੈਂਸਿਵ ਸੈਗਮੈਂਟ ਆਫ ਦਾ ਇਕੋਨਮੀ। ਸੋ ਲੇਬਰ ਇੰਟੈਂਸਿਵ ਕਿ ਲੇਬਰ ਹੈ ਜਿਹੜੀ, ਠੀਕ ਹੈ ਜੀ, ਲੇਬਰ ਦੇ ਨਾਲ ਹੀ ਵਰਕ ਹੋਵੇ, ਯਾਨੀ ਆਪਾਂ ਕਹਿ ਸਕਦੇ ਲੇਬਰ ਨੂੰ ਪ੍ਰਮੁੱਖ ਰੱਖਣਾ। ਸੋ ਲੇਬਰ ਨੂੰ ਮੇਨ ਰੱਖਣਾ, ਠੀਕ ਹੈ ਜੀ, ਇਹ ਲੇਬਰ ਇੰਟੈਂਸਿਵ ਟੈਕਨੀਕ ਹੁੰਦੀ ਹੈ ਜਿਹੜੀ, ਉਹੀ ਆਪਾਂ ਲੇਬਰ ਇੰਟੈਂਸਿਵ ਸੈਗਮੈਂਟ ਕਹਿ ਸਕਦੇ ਕਿ ਉਹ ਸੈਗਮੈਂਟ ਇੱਕ ਪਾਰਟ, ਉਹੋ ਜਿਹੇ ਪਾਰਟ ਨਾਲ, ਯਾਨੀ ਕਿ ਜਿਹੜਾ ਆਪਾਂ ਕਹਿ ਸਕਦੇ ਮਜ਼ਦੂਰ ਵਰਗ ਹੈ ਨਾ, ਉਹਦੇ ਨਾਲ ਹੀ ਖੜੇ ਰਹਿਣ ਕਰਕੇ ਇੰਡੀਆ ਨੂੰ ਥੋੜ੍ਹਾ ਜਿਹਾ ਜਿਹੜਾ ਹੈਗਾ ਇਕੋਨਮੀ ਦੇ ਵਿੱਚ ਲੋਸ ਹੋਇਆ। ਇਟ ਇਜ਼ owing to these factors that China has emerged as the second largest economy in the world। ਸੋ ਇਹਨਾਂ ਚੀਜ਼ਾਂ ਦੇ ਨਾਲ ਹੀ ਜਿਹੜੀ ਚਾਈਨਾ ਉਹ ਦੂਜੇ ਨੰਬਰ 'ਤੇ ਇਕੋਨਮੀ, ਯਾਨੀ ਸੈਕਿੰਡ ਲਾਰਜੈਸਟ ਇਕੋਨਮੀ ਬਣ ਗਈ ਵਰਲਡ ਦੀ। ਇਨ ਟਰਮ ਆਫ ਪਰਸੈਂਟੇਜ ਸ਼ੇਅਰ ਇਨ ਦਾ ਗਲੋਬਲ GDP ਦੇ ਵਿੱਚ ਪਰਸੈਂਟੇਜ ਸ਼ੇਅਰ ਵੱਧਦਾ ਚਾਈਨਾ ਦਾ, ਵਾਈਲ ਇੰਡੀਆ ਇਜ਼ ਲੈਗਿੰਗ ਵੇ ਬਿਹਾਈਂਡ, ਪਰ ਇੰਡੀਆ ਜਿਹੜਾ ਹੈ ਉਹ ਕਾਫੀ ਪਿੱਛੇ ਰਿਹਾ ਇਸ ਚੀਜ਼ ਦੇ ਵਿੱਚ, ਠੀਕ ਹੈ ਜੀ। ਸੋ ਇਹੀ ਚੀਜ਼ਾਂ ਆਪਾਂ ਨੇ ਕਰਨੀਆਂ ਸੀ ਇਸ ਵੀਡੀਓ ਦੇ ਵਿੱਚ। ਥੈਂਕ ਯੂ।